ਦ ਅਨਮਿਊਟ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਗੁਰਨੀਤ। ਅਨਮਿਊਟ ਵੰਡਰਸ ਦੀ ਚੇਨ ਦੇ ਵਿੱਚ ਇੱਕ ਹੋਰ ਕੜੀ ਅੱਜ ਅਸੀਂ ਉਸ ਦੇ ਵਿੱਚ ਇਜ਼ਾਫਾ ਕਰਨ ਜਾ ਰਹੇ ਹਾਂ। ਮੇਰੇ ਨਾਲ ਨੇ ਲੋਕ ਗੀਤ ਪ੍ਰਕਾਸ਼ਨ ਦੇ फाउंडर इन चीफ मिस्टर हरीश जैन। किसी ने बड़ा खूबसूरत लिखा है कि अब के बिछड़े शायद कभी हम ख्वाबों में मिले, जैसे सूखे हुए फूल किताबों से मिले। सो किताबां दे नाल राबता रखण वाली खूबसूरत शख्सियत अज साडे नाल। पर अज दे प्रोग्राम दे विच गलबात दा मौजू जिहड़ा है वो कुछ वखरा कुछ डिफरेंट रहण वाला है। हरीश जैन साहब प्रोग्राम विच स्वागत है। किताबां दी दुनिया अपने आप दे विच बहुत वखरी दुनिया है और सानू बहुत कुछ सिखाउंदी है। लोक गीत प्रकाशन एक इस तरह की संस्था बन चुकी है अपने आप दे विच जिसने पता नहीं किन्नियां हज़ारां लखां किताबां पब्लिश कीतियां ते वो हरेक किताब थोड़ी बरीक नज़र दे विचों दरगुजर होके अगे गई। सो यकीनन कि नॉलेज जिहड़ी है हर एक फील्ड दे विच बहुत ज़्यादा फन हो चुकी है। सो अज दे प्रोग्राम दे विच गलबात दा मौजू कुछ डिफरेंट कुछ वखरा मैं रखण दा सोचिया। वो ये सी कि 5G जिस करके लोगों के विच एक खास किस्म का रौह जिहड़ा है वो पैदा होया है। देशों विदेशों के विच लोग प्रोटेस्ट कर रहे हैं कि ये बंद होना चाहिए। थानू की लगता है जो सोशल मीडिया, क्योंकि एक सोशल मीडिया के आउण दे नाल एक सिटीजन जर्नलिज्मशिप का कॉन्सैप्ट डेवलप हो गया जिस दे तहत साडे हाथ दे विच मोबाइल फोन आया तो हर एक व्यक्ति ही अपने आप को जर्नलिस्ट समझण लग गया। उस तरह एक्ट रिएक्ट उसने करना शुरू कर दिता। सो 5G नू कोरोना दे नाल जोड़ के देखा जाने लगा और उस तो बाद इस मतलब बहुत सारा वीडियोज़ बहुत सारा डेटा अवेलेबल है। वो हुण साडे ते डिपेंड करता है कि असी की फिल करते हैं भी 5G इज़ ड्यू टू कोरोना और कोरोना इज़ ड्यू टू 5G और कोरोना इज़ नथिंग 5G करके सानू ये समस्यावां आ रही हैं। तुसी की कहंदे हो? दोनों चीज़ मैं थोड़ा जिहा एक्सप्लेन करने की कोशिश करूँगा जी। कोरोना प्राइमरली एक बायोलॉजिकल फिनोमिना है। मैं किट से एक वायरस दा मैं एक वायरस है। वायरस की जिहड़ी शेप है वो सूरज दे वांगू गोल होने करके इनू जिहड़ा है कोरोना ना जिहड़ा हैगा वो विग्यानियों ने दे दिता है। तो वो उपर उदा के स्पाइक है। इट्स ए प्योरली बायोलॉजिकल फिनोमिना। ਇਹਦਾ 5G ਦੇ ਨਾਲ ਕੋਈ ਵੀ ਕਿਸੇ ਤਰ੍ਹਾਂ ਦਾ ਵੀ ਰਿਸ਼ਤਾ ਹੋਣਾ ਕੋਈ ਜਿਹੜੀ ਸੰਭਾਵਨਾ ਦੇ ਰੈਲਮ 'ਚ ਪ੍ਰੋਬੇਬਿਲਿਟੀ ਦੇ ਰੈਲਮ ਦੇ ਵਿੱਚ ਜੀ ਬਣਦਾ ਨਹੀਂ ਹੈ ਕਿਉਂਕਿ ਇਹ ਕਿਸੇ ਤਰ੍ਹਾਂ ਨਾਲ ਵੀ ਬਾਇਓਲੋਜੀਕਲ ਸਿਸਟਮ ਤੋਂ ਬਾਹਰ ਨਹੀਂ ਹੈ। ਇਸ ਕਰਕੇ ਜਿਹੜਾ ਕਰੋਨਾ ਹੈ ਕਰੋਨਾ ਹੈ ਇੱਕ ਵਾਇਰਸ ਹੈ। ਵਾਇਰਸ ਬਾਇਓਲੋਜੀਕਲ ਹੈ। ਬਾਇਓਲੋਜੀਕਲ ਤਰੀਕਿਆਂ ਨਾਲ ਹੀ ਪੈਦਾ ਹੋਇਆ ਉਸੇ ਤਰੀਕੇ ਨਾਲ ਸਾਡੇ ਤੱਕ ਪਹੁੰਚਦਾ ਹੈ ਉਸੇ ਤਰੀਕੇ ਨਾਲ ਫੈਲਦਾ ਹੈ ਜਿਵੇਂ ਕਰੋੜਾਂ ਸਾਲਾਂ ਤੋਂ ਇਸ ਧਰਤੀ 'ਤੇ ਵਾਇਰਸ ਹੈਗੇ ਆ। ਵਾਇਰਸ ਸਭ ਤੋਂ ਪਹਿਲਾਂ ਤੋਂ ਇੱਥੇ ਹੈ। ਉਹਨਾਂ ਨੂੰ ਤੁਸੀਂ ਕਹਿ ਸਕਦੇ ਹੋ ਆਦੀ ਹੈ ਅਤੇ ਅਸੀਂ ਸਾਡੇ ਸਰੀਰ ਦੇ ਅੰਦਰ ਵੀ ਵਾਇਰਸ ਬਹੁਤ ਹੈ। ਉਹ ਪ੍ਰੀ ਐਗਜ਼ਿਸਟ ਕਰਦਾ ਹੈ। ਕੁਝ ਵਾਇਰਸ ਸਾਨੂੰ ਸੂਟ ਕਰਦਾ ਕੁਝ ਸਾਨੂੰ ਸੂਟ ਨਹੀਂ ਕਰਦਾ। ਇਹ ਸਾਡੇ ਲਈ ਡੇਂਜਰਸ ਵਾਇਰਸ ਹੈ, ਖਤਰਨਾਕ ਹੈ, ਸਾਡੇ ਸਿਸਟਮ ਨੂੰ ਟੇਕ ਓਵਰ ਕਰ ਲੈਂਦਾ। ਪਰ ਇਹ ਬਿਲਕੁਲ ਵਾਇਰਸ ਜਿਹੜਾ ਹੈ ਇੱਕ ਬਾਇਓਲੋਜੀਕਲ ਫਿਨੋਮੀਨਾ। ਇਹਦੇ ਕੋਈ ਨਹੀਂ ਹੈ। ਇਹਦਾ ਕੋਈ ਵੀ ਅੱਗੇ ਇਹਨੂੰ ਬਣਾਉਣ ਦੇ ਵਿੱਚ ਇਹਨੂੰ ਕਿਸੇ ਕਰਨ ਦੇ ਵਿੱਚ ਕੋਈ ਟੈਕਨੋਲੋਜੀ ਯੂਜ਼ ਹੋ ਸਕਦੀ ਹੈ। ਕਿਸੇ ਵੀ ਵਾਇਰਸ ਨੂੰ ਇੱਕ ਵਾਇਰਸ ਤੋਂ ਦੂਜੇ ਵਾਇਰਸ ਦੇ ਵਿੱਚ ਮਿਊਟੇਟ ਕਰਨ ਦੇ ਵਿੱਚ ਟੈਕਨੋਲੋਜੀ ਯੂਜ਼ ਹੋ ਸਕਦੀ ਹੈ ਪਰ ਵਾਇਰਸ ਅਲਟੀਮੇਟਲੀ ਇੱਕ ਬਾਇਓਲੋਜੀਕਲ ਫਿਨੋਮੀਨਾ ਜੀ। ਕੀ ਇਹ ਸਾਡੇ ਕੋਲ ਤੱਥਾਂ ਦੀ ਘਾਟ ਹੈ? ਹਾਂ ਬਿਲਕੁਲ। ਇਹਦੇ ਵਿੱਚ ਜੇ ਕੋਈ ਵੀ ਇਹਨੂੰ ਕਰੋਨਾ ਨੂੰ ਬਾਇਓਲੋਜੀਕਲ ਤੋਂ ਬਾਹਰ ਕਿਸੇ ਤਰ੍ਹਾਂ ਦਾ ਵੀ ਕੁਝ ਕਹਿਣਾ ਚਾਹੁੰਦਾ ਹੈ ਉਹ ਪ੍ਰਾਇਮਰੀ ਗਲਤ ਗੱਲ ਕਰ ਰਿਹਾ ਹੈ। ਉਹ ਕਿਸੇ ਉਹਦੀ ਗੱਲ ਨਹੀਂ ਕਰ ਰਿਹਾ। ਜਿਹੜੀ 5G ਹੈ 5G ਮਤਲਬ ਸਿਗਨਲ ਦੇ ਟਰਾਂਸਮਿਸ਼ਨ ਦਾ ਕਿ ਜਿਹੜਾ ਇੱਕ ਰੇਡੀਓ ਸਿਗਨਲ ਹੈ ਰੇਡੀਓ ਸਿਗਨਲ ਦੇ ਟਰਾਂਸਮਿਸ਼ਨ ਦੀ ਜਿਹੜੀ ਕਰੰਟ ਟੈਕਨੋਲੋਜੀ ਅਵੇਲੇਬਲ ਹੋ ਪਾਈ ਹੈ। ਅੱਗੇ ਜਿਹੜੀ ਸਾਡੀ ਹੁਣ ਸਾਊਂਡ ਜਿਹੜਾ ਅਸੀਂ ਮੈਂ ਹੁਣ ਬੋਲ ਰਿਹਾ ਬੋਲਣ ਦੀ ਸਾਡੇ ਕੋਲ ਇੱਕ ਵਾਇਸ ਹੈ ਜਿਹੜੀ ਇੱਕ ਲਿਮਟਿਡ ਫ੍ਰੀਕੁਐਂਸੀ ਲੈਵਲ 'ਤੇ ਅਸੀਂ ਬੋਲ ਸਕਦੇ ਹਾਂ। ਐਨੀਮਲ ਕਿੰਗਡਮ ਦੇ ਵਿੱਚ ਹੋਰ ਬਹੁਤ ਸਾਰੇ ਐਨੀਮਲ ਹੈ ਸਭ ਤੋਂ ਹਾਇਰ ਰੇਂਜ ਦੇ ਵਿੱਚ ਬੋਲ ਸਕਦੇ ਹਾਂ। ਉਹਨਾਂ ਦਾ ਰੇਂਜ ਜਿਹੜਾ ਹੈਗਾ ਸਭ ਤੋਂ ਜ਼ਿਆਦਾ ਹੈਗਾ। ਪਰ ਉਸ ਤੋਂ ਅੱਗੇ ਆ ਕਿ ਜਿਹੜੇ ਰੇਂਜ ਹੈ ਖਤਮ ਹੋ ਜਾਂਦੇ ਆ ਜਿਹੜੇ ਐਨੀਮਲ ਕਿੰਗਡਮ ਤੋਂ ਬਾਹਰ ਚਲੇ ਜਾਂਦੇ ਆ। ਉਸ ਤੋਂ ਬਾਅਦ ਸਾਡੇ ਕੋਲ ਰੇਡੀਓ ਸਿਗਨਲ ਹੈ। ਰੇਡੀਓ ਸਿਗਨਲ ਹੈ ਜਿਹੜਾ ਉਹਦਾ ਫਿਰ ਲੈਵਲ ਜਿਹੜਾ ਹੈਗਾ ਜਿੰਨਾ ਕੁ ਸਾਨੂੰ ਗਿਆਨ ਹੈ ਅਤੇ ਜਿੰਨਾ ਗਿਆਨ ਸਾਨੂੰ ਨਹੀਂ ਹੈ ਉੱਥੇ ਤੱਕ ਚਲੇ ਜਾਂਦਾ ਜੀ। ਅਤੇ ਉਹ ਇੰਨਾ ਕੁ ਜ਼ਿਆਦਾ ਰੇਡੀਓ ਸਿਗਨਲ 'ਚ ਫਰੀਕੁਐਂਸੀ ਹੋ ਸਕਦੀ ਹੈ
ਵੀ ਜਿਹੜੀ ਸਾਡੀ ਕਿਸੇ ਵੀ ਰੀਚ ਤੋਂ ਬਾਹਰ ਹੈ। ਈਵਨ ਜਿਹੜੀਆਂ ਹੁਣ ਅਸੀਂ ਗਲੈਕਸੀਆਂ ਦੀ ਗੱਲ ਕਰਦੇ ਹਾਂ, ਦੂਜੀਆਂ ਆਕਾਸ਼ ਗੰਗਾ ਦੀ ਗੱਲ ਕਰਦੇ ਹਾਂ, ਦੂਰ ਦੀ ਗੱਲ ਕਰਦੇ ਹਾਂ, ਸਾਡੇ ਤੱਕ ਜੋ ਵੀ ਜਿਹੜੀ ਉਹ ਜਾਣਕਾਰੀ ਆ ਰਹੀ ਹੈ ਉਹ ਸਾਰੀ ਦੀ ਸਾਰੀ ਰੇਡੀਓ ਸਿਗਨਲ ਨਾਲ ਹੀ ਆ ਰਹੀ ਹੈ ਜੀ। ਅਸੀਂ ਜਿਹੜੀ ਟੈਲੀਸਕੋਪ ਵੀ ਹੈ ਸਾਡੀ, ਜਿੱਥੋਂ ਅੱਜ ਅਸੀਂ ਦੂਰ ਦੀਆਂ ਜਿਹੜੀਆਂ ਗਲੈਕਸੀਆਂ ਉਹਨਾਂ ਦਾ ਅਸੀਂ ਇਮੇਜ ਲੈ ਰਹੇ ਹਾਂ, ਉਹ ਸਾਰਾ ਰੇਡੀਓ ਇਮੇਜ ਹੈ, ਸਾਰਾ ਰੇਡੀਓ ਸਿਗਨਲ ਦਾ ਇਮੇਜ ਹੈ। ਅਸੀਂ ਰੇਡੀਓ ਸਿਗਨਲ ਭੇਜਦੇ ਹਾਂ, ਰੇਡੀਓ ਸਿਗਨਲ ਉੱਥੋਂ ਰਿਵਰਸਡ ਹੋ ਕੇ ਆਉਂਦਾ ਹੈ, ਜਾਂ ਰੇਡੀਓ ਸਿਗਨਲ ਆਏ ਨੂੰ ਅਸੀਂ ਇਮੇਜ ਦੇ ਉੱਤੇ ਕੈਪਚਰ ਕਰਦੇ ਹਾਂ। ਇਹ ਸਾਰਾ ਰੇਡੀਓ। ਹੁਣ ਰੇਡੀਓ ਸਿਗਨਲ ਜਿਹੜਾ ਹੈਗਾ, ਕੋਈ ਵੀ ਜਿਹੜਾ ਸਿਗਨਲ ਹੈ ਉਹ ਇੱਕ ਫ੍ਰੀਕੁਐਂਸੀ ਤੇ ਮੂਵ ਕਰਦਾ ਹੈ। ਹੁਣ ਫ੍ਰੀਕੁਐਂਸੀ ਦਾ ਰੇਂਜ ਜਿੰਨਾ ਵੱਡਾ ਹੁੰਦਾ ਜਾਂਦਾ, ਉਨੀ ਉਹਨੂੰ ਕੈਪਚਰ ਕਰਨ ਦੇ ਲਈ ਟੈਕਨੋਲੋਜੀਕਲ ਲੈਵਲ ਜਿਹੜਾ ਹੈਗਾ ਉਹ ਵੱਡਾ ਹੁੰਦਾ ਜਾਏਗਾ। ਸਾਡੇ ਕੋਲ ਪਹਿਲਾਂ ਉਨੀ ਟੈਕਨੋਲੋਜੀ ਹੈ ਜਿਹੜੀ ਸਾਡੇ ਸਰੀਰ ਦੀ ਹੈ ਜੀ, ਅਸੀਂ ਜੋ ਸੁਣ ਸਕਦੇ ਸੀ। ਉਸ ਤੋਂ ਅਗਲੀ ਆਈ ਜਿਹੜਾ ਸਾਡੇ ਕੋਲ ਸਿੰਪਲ ਰੇਡੀਓ ਆਇਆ, ਅਸੀਂ ਉੱਥੇ ਤੱਕ ਪਹੁੰਚੇ, ਉੱਥੋਂ ਅਸੀਂ FM ਤੱਕ ਪਹੁੰਚੇ, ਅਸੀਂ ਟੈਲੀਵਿਜ਼ਨ ਤੱਕ ਪਹੁੰਚੇ, ਉਸ ਤੋਂ ਅੱਗੇ ਯਾਨੀ ਕਿ ਟੈਕਨੋਲੋਜੀ ਦੀ ਐਡਵਾਂਸਮੈਂਟ ਹੁੰਦੀ ਰਹੀ। ਅਸੀਂ ਇੱਕ ਹਰ ਰੇਂਜ ਦੇ ਉੱਤੇ ਪਹੁੰਚੀ ਜਾਂਦੇ ਹਾਂ। ਹਰ ਜਿਹੜੀ ਐਡਵਾਂਸਮੈਂਟ ਹੈ ਉਹਨੂੰ ਫਿਰ ਅਸੀਂ ਨਾਂ ਦੇਣਾ ਸ਼ੁਰੂ ਕਰਤਾ ਵੀ ਇਹ ਜੀ ਜਨਰੇਸ਼ਨ ਬਦਲ ਗਈ। ਜਨਰੇਸ਼ਨ ਬਦਲਣ ਨੂੰ ਅਸੀਂ ਉਦੋਂ ਕਹਿੰਦੇ ਹਾਂ ਵੀ ਜਦੋਂ ਅਸੀਂ ਮਤਲਬ ਉਹਦੀ ਸਟਰਕਚਰਲੀ ਨਾ ਇੱਕ ਬਿਲਕੁਲ ਨਵੇਂ ਯੁੱਗ 'ਚ ਚਲੇ ਜਾਂਦੇ ਹਾਂ ਜੀ। ਹਰ ਯੁੱਗ ਦੇ ਵਿੱਚ ਇੱਕ ਟੈਕਨੋਲੋਜੀਕਲ ਲੈਵਲ ਹੈ, ਉਹਦੇ ਵਿੱਚ ਚੇਂਜਸ ਆਉਂਦੀਆਂ ਰਹਿੰਦੀਆਂ। ਜਿੰਨੀ ਦੇਰ ਉਹਦੀ ਸਟਰਕਚਰ ਉਹੀ ਰਹਿੰਦੀ ਹੈ ਉਹਨੂੰ ਅਸੀਂ ਇੱਕ ਜਨਰੇਸ਼ਨ ਬੋਲ ਰਹੇ ਹਾਂ। ਜਦੋਂ ਉਹ ਪ੍ਰਾਇਮਰਲੀ ਬਦਲ ਜਾਂਦੀ ਹੈ, ਉਹਨੂੰ ਬਦਲ ਕੇ ਉਹ ਬਿਲਕੁਲ ਦੂਜੇ 'ਚ ਚਲੇ ਜਾਂਦਾ, ਜਿਵੇਂ AM ਅੱਗੇ ਮੀਡੀਅਮ ਵੇਵ ਤੋਂ FM ਤੇ ਗਿਆ ਜੀ, ਦੈਟ ਵਾਜ਼ ਅ ਸਟਰਕਚਰਲ ਚੇਂਜ ਜੀ। ਉਸੇ ਤਰ੍ਹਾਂ ਹੀ ਜਦੋਂ ਫਿਰ ਕਮਿਊਨੀਕੇਸ਼ਨ ਦੇ ਵਿੱਚ ਚੇਂਜਸ ਆਉਣ ਲੱਗੀਆਂ, ਹੁਣ ਕਿ ਆਈਡੈਂਟੀਫਾਈ ਕਿਵੇਂ ਕਰੋਗੇ, ਫਿਰ ਉਹਨਾਂ ਨੇ G ਸ਼ੁਰੂ ਕਰਤੀ, 2G 3G 2G 3G ਕੀ ਹੋ ਰਿਹਾ ਵੀ ਜਿਹੜਾ ਮਤਲਬ ਫ੍ਰੀਕੁਐਂਸੀ ਦੇ ਸਿਸਟਮ ਜਿਹੜੇ ਉਹਨੂੰ ਬ੍ਰੌਡਕਾਸਟ ਕਰਨ ਦੇ ਤੇ ਕੈਪਚਰ ਕਰਨ ਦੇ, ਉਹ ਫੰਡਾਮੈਂਟਲੀ ਬਦਲ ਰਹੇ ਹਨ ਜੀ। ਤੁਹਾਨੂੰ ਬ੍ਰੌਡਕਾਸਟ ਕਰਨ ਲਈ ਵੀ ਟੋਟਲੀ ਨਿਊ ਸਿਸਟਮ ਚਾਹੀਦਾ ਹੈ, ਫਿਰ ਤੁਹਾਨੂੰ ਰਿਸੀਵ ਕਰਨ ਲਈ ਵੀ ਨਵਾਂ ਸਿਸਟਮ ਚਾਹੀਦਾ ਹੈ। ਤੁਸੀਂ ਪਹਿਲੇ ਨੂੰ ਮਤਲਬ ਟਿੰਕਰ ਕਰਕੇ ਵੀ ਉਹਦੇ ਤੁਸੀਂ ਥੋੜਾ ਚੇਂਜ ਕਰਿਆ ਕਰਕੇ ਉਹ ਨਹੀਂ ਕਰ ਸਕਦੇ। ਹੁਣ 5G ਹੈਗਾ, 5G ਜ਼ਿਆਦਾ ਹਾਇਰ ਰੇਂਜ ਦੀ ਫ੍ਰੀਕੁਐਂਸੀ ਨੂੰ ਕੈਪਚਰ ਕਰ ਸਕਦਾ ਹੈ। ਜ਼ਿਆਦਾ ਹਾਇਰ ਰੇਂਜ ਦੀ ਫ੍ਰੀਕੁਐਂਸੀ ਨੂੰ ਕੈਪਚਰ ਕਰਨ ਵਾਸਤੇ ਯੂ ਰਿਕੁਆਇਰ ਬਿਗਰ ਟਰਾਂਸਮੀਟਰ। ਥੋੜਾ ਟਰਾਂਸਮੀਟਰ ਵੱਡਾ ਹੋ ਜਾਏਗਾ, ਟਰਾਂਸਮੀਟਰ ਵੱਡਾ ਹੋ ਜਾਏਗਾ, ਵੱਡਾ ਟਰਾਂਸਮੀਟਰ ਹੀਟ ਜ਼ਿਆਦਾ ਜਨਰੇਟ ਕਰੇਗਾ, ਕਿਉਂਕਿ ਜਿੰਨਾ ਜ਼ਿਆਦਾ ਤੁਸੀਂ ਟਰਾਂਸਮਿਸ਼ਨ ਲੈਵਲ ਵਧਾਓਗੇ ਤੁਸੀਂ ਐਟਮੋਸਫੀਅਰ ਨੂੰ ਹੀਟ ਜ਼ਿਆਦਾ ਦਿਓਗੇ ਜੀ। ਯੂ ਵਿਲ ਰਿਕੁਆਇਰ ਮੋਰ એનર્ਜੀ। ਹਾਇਰ ਫ੍ਰੀਕੁਐਂਸੀ ਨੀਡ ਮੋਰ। ਤਾਂ ਅਸੀਂ ਬੋਲ ਰਹੇ ਹਾਂ ਛੋਟੀ ਫ੍ਰੀਕੁਐਂਸੀ ਤੇ ਬੋਲ ਰਹੇ ਹਾਂ, ਸਾਨੂੰ ਘੱਟ ਜ਼ੋਰ ਲਗਾਉਣਾ ਪੈ ਰਿਹਾ ਜੀ। ਜੇ ਅਸੀਂ ਜ਼ਿਆਦਾ ਕਰਾਂਗੇ, ਜਿੰਨਾ ਵਧਾਵਾਂਗੇ, ਯੂ ਰਿਕੁਆਇਰ ਮੋਰ એનર્ਜੀ। ਤੇ ਉਦੋਂ ਹੀ ਮਤਲਬ ਉਸ ਜਦੋਂ ਬ੍ਰੌਡਕਾਸਟ ਕਰ ਰਹੇ ਹਾਇਰ ਫ੍ਰੀਕੁਐਂਸੀ ਤੇ ਕਰੇਗਾ ਜੀ, ਉਹਨੂੰ એનર્ਜੀ ਜ਼ਿਆਦਾ ਯੂਜ਼ ਕਰੇਗਾ, ਹੀਟ ਜ਼ਿਆਦਾ ਪੈਦਾ ਕਰੇਗਾ। ਤਾਂ ਸਿਰਫ ਇਹ ਕਿ 5G ਜਦੋਂ ਕਰੇਗਾ ਉੱਥੇ ਰੇਡੀਏਸ਼ਨ ਲੈਵਲ, ਰੇਡੀਏਸ਼ਨ ਇਜ਼ ਅ ਹੀਟ, ਰੇਡੀਏਸ਼ਨ ਅਲਟੀਮੇਟਲੀ ਇਜ਼ ਅ ਹੀਟ। ਅਸੀਂ ਅਲਟੀਮੇਟਲੀ ਆਪਣੇ এনवायरमेंट ਨੂੰ, ਆਪਣੇ ਪਰਿਆਵਰਣ ਨੂੰ ਖਰਾਬ ਕਰ ਰਹੇ ਹਾਂ। ਉਹ ਜਦੋਂ ਵੀ ਦਿਸ ਇਜ਼ ਵਨ ਆਫ ਦ ਮੇਨ ਰੀਜ਼ਨ ਆਫ ਦ ਗਲੋਬਲ ਵਾਰਮਿੰਗ। ਹਾਂ, ਗਲੋਬਲ ਵਾਰਮਿੰਗ ਤਾਂ ਸ਼ੁਰੂ ਹੋਣੀ ਹੈ। ਗਲੋਬਲ ਵਾਰਮਿੰਗ ਨੂੰ ਇਹ ਵਧਾਏਗਾ, ਬਟ ਟੂ ਦੈਟ ਐਕਸਟੈਂਟ ਜੇ 5G ਹੈਗਾ, ਤੁਸੀਂ 4G 3G ਬੰਦ ਕਰੋਗੇ, ਇੱਕ ਚੀਜ਼। ਦੂਸਰੇ ਕਿ 5G ਜਿਹਦੇ ਵਿੱਚ ਜਾ ਕੇ ਤੁਹਾਡੀ ਜਿਹੜੀ ਐਫੀਸ਼ੀਐਂਸੀ ਹੈ ਉਹ ਵੱਧ ਜਾਏਗੀ। ਦੂਸਰੀ ਕਿ ਤੁਹਾਡੀ ਰਿਕੁਆਇਰਮੈਂਟ ਬਦਲ ਗਈ। ਤੁਸੀਂ ਜਿਹੜਾ ਕਮਿਊਨੀਕੇਸ਼ਨ ਇਕਵਿਪਮੈਂਟ ਹੈ, ਤੁਸੀਂ ਸਿਰਫ ਸੁਣਨ ਵਾਸਤੇ ਵਰਤ ਰਹੇ ਸੀ ਜੀ। ਹੁਣ ਤੁਹਾਡੀ ਸੁਣਨ ਤੋਂ ਜ਼ਿਆਦਾ ਤੁਸੀਂ ਕੀ ਕਰ ਰਹੇ ਹੋ? ਸੁਣਨ ਨੂੰ ਤਾਂ ਤਿਆਰ ਹੀ ਨਹੀਂ ਤੁਸੀਂ। ਤੁਸੀਂ ਉਹਨੂੰ ਲਿਖ ਰਹੇ ਹੋ, ਟੈਕਸਟ ਕਰ ਰਹੇ ਹੋ, ਉਹਨੂੰ ਪਿਕਚਰ ਦੇਖ ਰਹੇ ਹੋ, ਪਿਕਚਰ ਭੇਜ ਰਹੇ ਹੋ। ਤੁਸੀਂ ਆਪਣੇ ਇਕਵਿਪਮੈਂਟ ਦੇ ਉੱਤੇ, ਮਤਲਬ ਤੁਹਾਡੇ ਆਪਣੇ ਫੋਨ ਦੇ ਉੱਤੇ ਅੱਜ ਤੋਂ 10 ਸਾਲ ਪਹਿਲਾਂ ਜੇ ਟੋਟਲ ਦੇ ਵਿੱਚ ਇੱਕ ਦਿਨ ਦੇ ਵਿੱਚ ਤੁਸੀਂ ਮੰਨ ਲਓ ਵੀ n ਕੁਆਂਟਮ ਆਫ ਜਿਹੜਾ ਰੇਡੀਓ ਸਿਗਨਲ ਹੈ ਟਰਾਂਸਮਿਟ ਕਰਦੇ ਸੀ, ਅੱਜ ਤੁਸੀਂ 1000 ਟਾਈਮਸ ਮੋਰ ਜਿਹੜਾ ਸਿਗਨਲ ਹੈ ਉਹ ਟਰਾਂਸਮਿਟ ਕਰ ਰਹੇ ਹੋ ਤੇ ਰਿਸੀਵ ਕਰ ਰਹੇ ਹੋ ਜੀ। ਤੇ ਤੁਹਾਡੀ ਬੇਸਿਕਲੀ ਰਿਕੁਆਇਰਮੈਂਟ ਹੀ ਤੁਹਾਡੇ ਜਿਹੜੀ ਇਕਵਿਪਮੈਂਟ ਦੀ ਬਦਲ ਦਿੱਤੀ ਗਈ ਹੈ। ਨੋ ਯੂਰ ਯੂਜ਼ੇਜ ਆਲ ਟੂਗੈਦਰ ਤੁਸੀਂ ਹੁਣ ਬਿਲਕੁਲ ਵੱਖਰੇ ਕੰਮਾਂ ਦੇ ਲਈ ਵਰਤ ਰਹੇ ਹੋ। ਤਾਂ ਉਹਦੇ ਲਈ ਤੁਹਾਨੂੰ ਬਿਲਕੁਲ ਨਵਾਂ ਸਿਸਟਮ ਚਾਹੀਦਾ ਹੈ ਤੁਹਾਨੂੰ ਮੈਸੇਜ ਸਿਗਨਲ ਦੇਣ ਲਈ।
ਉਹ ਸਿਗਨਲ ਦੇਣ ਵਾਲਾ ਸਿਸਟਮ 5G ਜਿਹੜਾ ਹੈ ਉਹ ਜ਼ਿਆਦਾ ਐਫੀਸ਼ੀਐਂਟ ਹੈ ਟੂ ਗਿਵ। ਇਹ ਆਪਾਂ ਕਹੀਏ ਵੀ એનર્ਜੀ ਜ਼ਿਆਦਾ ਲਏਗਾ, ਪਰ ਤੁਹਾਨੂੰ ਉਹ ਡਿਲੀਵਰ ਜਿਹੜਾ ਹੈਗਾ ਉਹ ਪਹਿਲਾਂ ਨਾਲੋਂ ਜ਼ਿਆਦਾ ਕਰੇਗਾ ਜੀ, ਤੇ ਉਹ ਅਲਟੀਮੇਟਲੀ ਚੀਪਰ ਹੋਏਗਾ। ਹੁਣ ਤੁਹਾਨੂੰ ਕੀ ਹੁੰਦਾ ਹੈ ਵੀ ਤੁਸੀਂ 4G 3G ਯੂਜ਼ ਕਰ ਰਹੇ ਹੋ, ਕੰਮ ਤੁਸੀਂ ਉਸ ਤੋਂ ਪਹਿਲਾਂ ਤੋਂ ਜ਼ਿਆਦਾ ਲੈ ਰਹੇ ਹੋ, ਤਾਂ ਤੁਹਾਨੂੰ ਟਾਵਰ ਵਧਾਉਣੇ ਪੈਣਗੇ। 5G 'ਚ એનર્ਜੀ ਲੈਵਲ ਵੱਧੇਗਾ, ਪਰ ਨੰਬਰ ਆਫ ਟਾਵਰ ਉਨੇ ਨਹੀਂ ਵਧਾਉਣੇ ਪੈਣਗੇ। ਤੁਸੀਂ ਇਹ ਕਹੋ ਨਹੀਂ ਵੀ ਤੁਸੀਂ ਉਹ ਚੀਜ਼ ਵੱਧ ਰਹੀ ਹੈ, ਵੱਧ ਤਾਂ ਤੁਹਾਡੀ ਲੋੜ ਰਹੀ ਹੈ ਜੀ, ਤੁਸੀਂ ਤੁਹਾਡਾ ਯੂਜ਼ਰ ਵੱਧ ਰਿਹਾ। ਤੁਸੀਂ ਇੱਕ ਤਰ੍ਹਾਂ ਦੇ ਨਾਲ ਫੋਨ ਨੂੰ ਇੱਕ ਯੂਨੀਵਰਸਲ ਤੁਹਾਡਾ ਟੂਲ ਬਣ ਗਿਆ, ਜਿਹੜਾ ਤੁਸੀਂ ਸਵੇਰ ਤੋਂ ਸ਼ਾਮ ਤੱਕ ਜੀ, ਸੁੱਤੇ ਉੱਠਣ ਸਾਰ ਸਭ ਤੋਂ ਪਹਿਲਾ ਕੰਮ ਤੁਸੀਂ ਫੋਨ ਖੋਲ ਕੇ ਦੇਖ ਰਹੇ ਹੋ ਜੀ, ਤੇ ਸੌਣ ਤੋਂ ਪਹਿਲਾਂ ਉਹਨੂੰ ਮਸਾਂ ਹੀ ਉਹਨੂੰ ਦਰਸ਼ਨ ਮੰਗ ਕੇ ਉਹਦੇ ਬੰਦ ਕਰਦੇ ਹੋ, ਸੁੱਖ ਆਸਣ ਔਖਾ ਹੀ ਕਰਦੇ ਹੋ। ਜੀ, ਵੈਸੇ ਤਾਂ ਕਰਨਾ ਨਹੀਂ ਚਾਹੁੰਦੇ, ਸੋ ਮਾੜੀ ਮਜਬੂਰੀ 'ਚ ਕਿਉਂਕਿ ਸੋਣਾ ਵੀ ਹੁੰਦਾ ਸੋਣਾ ਹੁੰਦਾ, ਬੜੀ ਮੁਸ਼ਕਲ 'ਚ ਉਹਨੂੰ ਬੰਦ ਕਰਦੇ ਹੋ। ਜੀ, ਤੇ ਜਦੋਂ ਇਹ ਕਰੋਗੇ ਤਾਂ એનર્ਜੀ ਤਾਂ ਯੂਜ਼ ਕਰੋਗੇ। ਜੀ ਜੈਨ ਸਾਹਿਬ, ਜੋ ਇਹਨਾਂ ਚੀਜ਼ਾਂ ਦਾ ਖਾਸ ਮੰਤਵ ਹੈ ਉਹ ਬੇਸਿਕਲੀ ਇਹ ਕਮਿਊਨੀਕੇਟ ਕਰਨਾ। ਕਿਸੇ ਸ਼ਾਇਰ ਨੇ ਲਿਖਿਆ ਕਿ ਇਸ ਹਿਸਾਬ ਨਾਲ ਹਿਸਾਬ ਲਿਖੀ, ਮੇਰੇ ਲਈ ਤੂੰ ਇੱਕ ਕਿਤਾਬ ਲਿਖੀ, ਲਹਿਜ਼ਾ ਬੜੇ ਕਮਾਲ ਦਾ ਰੱਖੀ, ਜ਼ਿਕਰ ਜ਼ਰੂਰ ਉਸ ਰੁਮਾਲ ਦਾ ਰੱਖੀ, ਪੜ੍ਹ ਕੇ ਮੇਰੇ ਨੈਣਾ ਨੂੰ ਤੂੰ ਗਜ਼ਲ ਦੀ ਭਾਲ ਕਰ ਲਵਾਂ, ਬਸ ਇੰਨੀ ਕੁ ਵਫਾ ਮੇਰੇ ਨਾਲ ਕਰ ਲਈ। ਵਫਾਦਾਰੀਆਂ ਦੀ ਗੱਲਾਂ ਨੇ, ਕਮਿਊਨੀਕੇਸ਼ਨ ਦੀਆਂ ਗੱਲਾਂ ਨੇ। ਹੁਣ ਅਸੀਂ ਜਨਰੇਸ਼ਨ ਦਰ ਜਨਰੇਸ਼ਨ, ਪਰਤ ਦਰ ਪਰਤ ਚੜਾਈ ਜਾ ਰਹੇ ਹਾਂ ਔਰ ਲੈਵਲ ਸਾਡਾ ਗਿਰ ਰਿਹਾ ਹੈ। ਮਤਲਬ ਕਮਿਊਨੀਕੇਸ਼ਨ ਨੂੰ ਇੰਪਰੂਵ ਕਰਨ ਵਾਸਤੇ ਅਸੀਂ ਹਾਈਪਰ ਸਿਸਟਮ ਲਗਾਤੇ, ਅਸੀਂ ਹੋਰ ਮੈਚਿਓਰ ਸਿਸਟਮ ਲਗਾਤੇ, ਹੋਰ ਐਫੀਸ਼ੀਐਂਟ ਸਿਸਟਮ ਲਗਾਤੇ, ਪਰ ਕਮਿਊਨੀਕੇਸ਼ਨ ਜਾਂ ਕਮਿਊਨੀਕੇਟ ਕਰ ਕੀ ਰਹੇ ਹਾਂ, ਇਹ ਤੁਹਾਨੂੰ ਲੱਗਦਾ ਵੱਡੀ ਸਮੱਸਿਆ ਹੈ? ਨਹੀਂ, ਕਮਿਊਨੀਕੇਟ ਕੀ ਕਰ ਰਹੇ ਹਾਂ ਇਹ ਤਾਂ ਬੜੀ ਮਤਲਬ ਇੱਕ ਥੋੜੀ ਜਿਹੀ ਤੁਸੀਂ, ਮੈਂ ਬਹੁਤ ਵਾਰ ਦੇਖਦਾ ਕਿ ਜਿਵੇਂ ਮੇਰੇ ਕਮਰੇ 'ਚ ਇੱਥੇ ਬੈਠੇ ਆ, 2-3 ਜਣੇ ਬੈਠੇ ਆ ਜੀ, ਕੋਈ ਬੰਦਾ ਮੇਰੇ ਨਾਲ ਗੱਲ ਕਰੇ, 2 ਬੰਦੇ ਆਪਸ ਸਾਹਮਣੇ ਸਾਹਮਣੇ ਬੈਠੇ ਗੱਲ ਨਹੀਂ ਕਰ ਰਹੇ, ਦੋਨੋਂ ਜਣੇ ਬੈਠੇ ਫੋਨ ਤੇ ਉਹ ਕਰ ਰਹੇ ਆ ਜੀ, ਦੇ ਆਰ ਟੈਕਸਟਿੰਗ। ਕਮਿਊਨੀਕੇਸ਼ਨ ਇਸ ਡਿਵਾਈਸ ਤੇ ਡਿਪੈਂਡ ਨਹੀਂ ਕਰਦਾ ਜੀ, ਕਮਿਊਨੀਕੇਸ਼ਨ ਤੁਹਾਡੇ ਅੰਦਰ ਦੀ ਅਰਜ਼ ਤੇ ਡਿਪੈਂਡ ਕਰਦਾ। ਉਹ ਅਰਜ਼ ਤੁਹਾਨੂੰ ਕੀ ਕਹਿ ਰਹੀ ਹੈ, ਵੀ ਤੁਸੀਂ what do you want to say and what do you want to hear। ਹੁਣ ਇੱਕ ਇਹਦੇ 'ਚ ਹੋ ਕੀ ਗਿਆ ਵੀ ਤੁਹਾਨੂੰ ਇੱਕ ਨਾ ਜਿਹੜੀ ਮੋਮੈਂਟਰੀ ਜਿਹੜੀ ਫੀਲਿੰਗ ਹੈ ਨਾ ਜੀ, ਤੁਸੀਂ ਹਰ ਵਕਤ ਉਹ ਲੱਭ ਰਹੇ ਹੋ। ਤੁਸੀਂ ਹਰ ਵਕਤ ਬਟਨ ਦੱਬ ਰਹੇ ਹੋ। ਬਟਨ ਕਾਹਦਾ ਦੱਬ ਰਹੇ ਹੋ? ਟੂ ਗੈਟ ਸਮਥਿੰਗ ਨਿਊ। ਤੁਸੀਂ ਹਰ ਵਕਤ ਬਟਨ ਦੱਬ ਰਹੇ ਹੋ ਤੇ ਤੁਹਾਨੂੰ ਕੁਝ ਨਾ ਕੁਝ ਨਵਾਂ ਪਤਾ ਲੱਗਦਾ। ਤੇ ਤੁਹਾਡੇ ਕਹਿਣ ਦਾ ਭਾਵ ਕੀ, ਜਿਹਦੀ ਸਾਨੂੰ ਜ਼ਰੂਰਤ ਨਾ, ਜੋ ਸਾਡੇ ਲਾਗਲੇ ਬੰਦੇ ਹੁੰਦੇ ਆ, ਸਾਨੂੰ ਲੱਗਦਾ ਵੀ ਇਹਨਾਂ ਤੋਂ ਸਾਨੂੰ ਕੁਝ ਨਵਾਂ ਨਹੀਂ ਮਿਲ ਸਕਦਾ, ਜਾਂ ਇਹ ਉਹਨੇ ਅਰਜੈਂਟ ਨਹੀਂ ਹੈਗੇ। ਬਿਲਕੁਲ, ਸਾਡੀ ਇੱਕ ਮੈਂਟਲ ਕੰਡੀਸ਼ਨਿੰਗ ਹੋ ਗਈ। ਸਾਡੀ ਇੱਕ ਮੈਂਟਲ ਕੰਡੀਸ਼ਨਿੰਗ ਹੋ ਗਈ ਵੀ ਵੀ ਡੋਂਟ ਵਾਂਟ ਟੂ ਮਿਸ ਆਨ ਐਨੀਥਿੰਗ ਐਂਡ ਸਟਿਲ ਵੀ ਡੋਂਟ ਵਾਂਟ ਟੂ ਲਰਨ ਐਨੀਥਿੰਗ। ਬਸ ਉਹ ਹਰ ਵਕਤ ਨਾ ਇੱਕ ਨੂੰ ਦੇਖੀ ਜਾਣਾ ਚਾਹੁੰਦੇ ਆ ਜੀ। ਜਦੋਂ ਆ ਜਾਂਦਾ ਫਿਰ ਜ਼ਿਆਦਾ ਕੁਝ ਨਹੀਂ ਆਇਦਾ, ਬਟ ਸਟਿਲ ਵੀ ਵਾਂਟ ਟੂ ਸੀ। ਦਿੱਕਤ ਕੀ ਹੈ ਵੀ ਨਥਿੰਗ ਕੰਜ਼ਿਊਮਸ ਅਸ, ਨਥਿੰਗ ਕਨਸੈਂਟਰੇਟਸ ਅਸ। ਉਹ ਇੰਟਰਸਟ, ਸਾਨੂੰ ਇੰਟਰਸਟ ਤਾਂ ਬਣੇ ਜੀ ਇਫ ਯੂ ਪੁੱਟ ਸਮ ਟਾਈਮ ਔਨ ਇਟ। ਬਿਨਾਂ ਉਹਨੂੰ ਦੇਖੇ ਜਾਣੇ ਬਿਨਾਂ ਤੁਹਾਨੂੰ ਕਿਵੇਂ ਪਤਾ ਲੱਗੂਗਾ ਜੀ? ਜਦ ਤੱਕ ਅਨਲੈਸ ਅੰਟਿਲ ਵੀ ਸਟਾਰਟ ਟਰਾਈ ਟੂ ਨੋ। ਜੇ ਅਸੀਂ ਕਿਸੇ ਚੀਜ਼ ਨੂੰ ਜਾਣਾਂਗੇ, ਜਦੋਂ ਕਿਸੇ ਚੀਜ਼ ਨੂੰ ਜਾਣਿਆ ਹੀ ਨਹੀਂ ਹੈ ਤਾਂ ਅਸੀਂ ਕਿਸੇ ਹੋਰ ਨਾਲ ਵੀ ਕਮਿਊਨੀਕੇਟ ਕੀ ਕਰਾਂਗੇ? ਜੀ, ਮੁੜ ਦੁਬਾਰਾ ਵਿਸ਼ੇ ਵੱਲ ਨੂੰ ਆਈਏ ਕਿ ਅਸੀਂ 5G ਦੀ ਗੱਲ ਕਰ ਰਹੇ ਸੀ, ਡੇਟਾ ਕਿੱਦਾਂ ਟਰਾਂਸਮਿਟ ਹੁੰਦਾ ਹੈ ਜਾਂ ਜਨਰੇਸ਼ਨਸ ਅੱਗੇ ਕਿੱਦਾਂ ਵਧਦੀਆਂ ਜਾ ਰਹੀਆਂ ਨੇ। ਤੁਹਾਨੂੰ ਕੀ ਲੱਗਦਾ ਹੈ, ਜਿਵੇਂ ਇਹ ਗੱਲ ਤਾਂ ਤੁਸੀਂ ਸਾਫ਼ ਕਰ ਹੀ ਦਿੱਤੀ ਕਿ ਇਸ ਦਾ ਕਰੋਨਾ ਦੇ ਨਾਲ ਕੋਈ ਲੈਣ ਦੇਣ ਨਹੀਂ ਹੈ, ਜੋ ਅਕਸਰ ਸਾਡੇ ਬੁੱਧੀਜੀਵੀ ਕਹਿੰਦੇ ਨੇ। ਸੋ ਸਾਨੂੰ ਇਸ ਤਰ੍ਹਾਂ ਦੇ ਮਿਥ ਜਾਂ ਇਸ ਤਰ੍ਹਾਂ ਦੀ ਪਰਸੈਪਸ਼ਨਸ ਜੋ ਅਸੀਂ ਅਕਸਰ ਬਣਾਉਂਦੇ ਹਾਂ, ਸਾਨੂੰ ਬਚਣਾ ਚਾਹੀਦਾ। ਤੁਹਾਨੂੰ ਕੀ ਲੱਗਦਾ ਕਿ ਕਿਸ ਤਰ੍ਹਾਂ ਦੇ ਫਾਲਟਸ ਸਾਡੇ ਆਉਣ ਵਾਲੀ ਜਨਰੇਸ਼ਨਸ ਵਿੱਚ ਪੈਦਾ ਹੋ ਸਕਦੇ ਹੈ? ਕਿਉਂਕਿ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਇਹ ਪ੍ਰੋਟੈਸਟ ਬੜੇ ਜ਼ੋਰ 'ਤੇ ਨੇ ਕਿ 5G ਸਾਨੂੰ ਸਾਡੇ ਬੱਚਿਆਂ ਕਰਕੇ ਬੰਦ ਕਰਨਾ ਪਏਗਾ, ਸਾਨੂੰ ਇਹ ਸਿਸਟਮ ਬੰਦ ਕਰਨਾ ਪਏਗਾ, ਕਿਉਂਕਿ ਇਹ ਸਮੇਂ ਦੀ ਲੋੜ ਬਣ ਚੁੱਕਿਆ। ਜਿਹੜਾ ਮੋਬਾਈਲ ਇਕਵਿਪਮੈਂਟ ਹੈ, ਇਹ 2-3 ਤਰ੍ਹਾਂ ਨਾਲ, ਇੱਕ ਤਾਂ ਜਿੱਥੇ ਟਾਵਰ ਹੈ, ਟਾਵਰ ਦੇ ਵਿੱਚ ਅਲਟੀਮੇਟਲੀ ਕੀ ਹੋਏਗਾ ਕਿ ਤੁਹਾਡੀ ਡਿਮਾਂਡ ਯੂਜ਼ੇਜ ਵੱਧਦੀ ਜਾਏਗੀ ਜੀ। ਜਿੰਨੀ ਯੂਜ਼ੇਜ ਵਧੇਗੀ ਉੱਥੇ ਉਹਦਾ ਟਰਾਂਸਮਿਸ਼ਨ ਲੈਵਲ ਦੇ ਉੱਤੇ ਪ੍ਰੈਸ਼ਰ ਵਧੇਗਾ, ਉਹ ਜ਼ਿਆਦਾ
ਹਾਇਰ ਲੈਵਲ એનર્ਜੀ ਦੇ ਉੱਤੇ ਟਰਾਂਸਮਿਟ ਕਰੇਗਾ। ਜਿੰਨੀ ਹਾਇਰ ਲੈਵਲ એનર્ਜੀ ਦੇ ਟਰਾਂਸਮਿਟ ਕਰੇਗਾ ਉਨੀ ਉਸ ਏਰੀਏ 'ਚ ਰੇਡੀਏਸ਼ਨ ਵੱਧਦੀ ਜਾਏਗੀ ਜੀ। ਇਹ ਫਾਰ ਸ਼ੋਰ ਹੈ ਜੀ। ਇਹਦੇ 'ਚ ਕੋਈ ਕਿ ਵੱਡੀ ਸਾਇੰਸ ਨਹੀਂ ਹੈ, ਇਹ ਸਿੱਧਾ ਜਿਹੀ ਹੈ ਵੀ ਜਿੰਨਾ ਅਸੀਂ ਉੱਥੋਂ ਜ਼ਿਆਦਾ ਡਰਾ ਕਰਾਂਗੇ ਉਨਾ ਉੱਥੋਂ ਪ੍ਰੈਸ਼ਰ ਵਧੇਗਾ। ਉਸ ਤੋਂ ਬਾਅਦ ਜਿੰਨਾ ਤੁਸੀਂ ਯੂਜ਼ ਕਰ ਰਹੇ ਹੋ ਤੁਹਾਡੇ ਜਿਹੜਾ ਰਿਸੀਵਿੰਗ ਡਿਵਾਈਸ ਹੈ ਤੁਸੀਂ ਉੱਥੇ ਵੀ ਉਨਾ ਹੀ ਪ੍ਰੈਸ਼ਰ ਵਧਾ ਰਹੇ ਹੋ। ਤੁਸੀਂ ਤੁਹਾਡੇ ਕੋਲ ਫੋਨ ਹੈਗਾ ਤੁਸੀਂ ਬਹੁਤਾ ਯੂਜ਼ ਨਹੀਂ ਕਰ ਰਹੇ ਤਾਂ ਯੂ ਆਰ ਨਾਟ ਪੁਟਿੰਗ ਪ੍ਰੈਸ਼ਰ। ਪਰ ਜਿੰਨਾ ਤੁਸੀਂ ਯੂਜ਼ ਜ਼ਿਆਦਾ ਵਧਾ ਰਹੇ ਹੋ ਤੁਸੀਂ ਆਪਣੇ ਲੋਕਲ ਸਿਸਟਮ ਦੇ ਉੱਤੇ ਤੁਸੀਂ ਵੀ ਪ੍ਰੈਸ਼ਰ ਵਧਾ ਰਹੇ ਹੋ, ਆਪਣੇ ਏਰੀਆ 'ਤੇ ਵੀ ਪ੍ਰੈਸ਼ਰ ਵਧਾ ਰਹੇ ਹੋ। ਹੁਣ ਕੁਛ ਦੇਰ ਇਹ ਪ੍ਰੈਸ਼ਰ ਵੱਧਦਾ ਜਾਏਗਾ ਪਰ ਤੁਸੀਂ ਦੇਖੋਗੇ ਕੁਛ ਦੇਰ ਬਾਅਦ ਯੂ ਵਿਲ ਬੀ ਟਾਇਰਡ ਆਫ ਇਟ। ਜੀ। ਥੱਕ ਜਾਓਗੇ, ਜਲਦੀ ਥੱਕ ਜਾਵਾਂਗੇ, ਥੱਕ ਜਾਓਗੇ, ਅੱਕ ਜਾਓਗੇ। ਦੋਨੇ ਗੱਲਾਂ ਹੋਣਗੀਆਂ। ਪਰ ਜੋ এনवायरमेंट ਵਿੱਚ ਰੇਡੀਏਸ਼ਨਸ ਨੇ ਉਹਨਾਂ ਦਾ ਥੱਕ ਜਦੋਂ ਅੱਕ ਜਾਓਗੇ ਨਾ ਤੁਸੀਂ ਆਪਣੇ ਆਪ ਇਹਨੂੰ ਘਟਾ ਦੋਗੇ, ਤੁਸੀਂ ਕਿਸੇ ਦੇ ਕਹੇ ਤੇ ਨਹੀਂ ਘਟਾਉਣਾ। ਇਹ ਤੁਹਾਡੀ ਲੋੜ ਵੀ ਰਹੇਗੀ ਪਰ ਤੁਸੀਂ ਇਹਦਾ ਯੂਜ਼ੇਜ ਵੀ ਜਿਹੜਾ ਹੈਗਾ ਨਾ ਉਹ ਘਟਾਓਗੇ ਤਾਂ এনवायरमेंट ਨੂੰ ਰਿਲੀਫ ਦੋਗੇ ਕਿਉਂਕਿ এনवायरमेंट ਦੇ ਉੱਤੇ ਇਹਦਾ ਅਸਰ ਜਿਹੜਾ ਹੈਗਾ ਉਹ ਪੂਰਾ ਇੱਕ ਤੁਹਾਨੂੰ ਨਹੀਂ ਮਹਿਸੂਸ ਹੁੰਦਾ ਹੋਵੇਗਾ। ਜਿਹੜੇ ਬਰਡਸ ਹੈਗੇ ਸਪੈਸੀਫਿਕਲੀ ਬਹੁਤ ਪੰਛੀ ਹੈਗਾ ਜਿਹੜਾ ਇਹ ਤੋਂ ਸੈਂਸਿਟਿਵ ਹੈ ਜੀ। ਬਹੁਤ ਪੰਛੀ ਹੈ ਜਿਹੜਾ ਸੈਂਸਿਟਿਵ ਹੈਗਾ ਤੇ ਇਹ ਵੀ ਪੱਕਾ ਮੰਨ ਕੇ ਚੱਲਿਓ ਵੀ ਜੇ ਮੋਬਾਈਲ ਫੋਨ ਵੱਧਦਾ ਜਾਊਗਾ ਤੇ ਇਹਦਾ ਯੂਜ਼ਰ ਵੱਧਦਾ ਜਾਊਗਾ ਤਾਂ ਟਾਵਰ ਵੱਧਦੇ ਹੀ ਜਾਣਗੇ। ਕਿਉਂਕਿ ਕੰਪਨੀਆਂ ਨੇ ਤਾਂ ਅਖੀਰ ਰੈਵਨਿਊ ਦੇਖਣਾ ਹੈ। ਜੇ ਉਹਨੂੰ ਲੱਗੇਗਾ ਵੀ ਇਸ ਥਾਂ ਦੇ ਉੱਤੇ 10,000 ਫੋਨ ਹੋਰ ਲੱਗ ਸਕਦਾ ਹੈ ਤਾਂ ਦੇ ਵਿਲ ਪੁੱਟ ਅਪ ਮੋਰ ਟਾਵਰ। ਤੇ ਜਿੰਨਾ ਟਾਵਰ ਵਧੇਗਾ ਉਹ ਰੇਡੀਏਸ਼ਨ ਤੁਹਾਡੇ ਉੱਤੇ ਪੈਣੀ ਹੈ। ਤਾਂ ਕੀ ਸਰਕਾਰਾਂ ਦੇ ਇਸ ਵਾਸਤੇ ਕੁਝ ਖਾਸ ਤਰ੍ਹਾਂ ਦੇ ਪੈਰਾਮੀਟਰਸ ਨਹੀਂ ਹੋਣੇ ਚਾਹੀਦੇ? ਕੋਈ ਪੈਰਾਮੀਟਰ ਨਹੀਂ ਆਏਗਾ। ਪੈਰਾਮੀਟਰਸ ਨਹੀਂ ਹਨ ਪਰ ਤੁਹਾਨੂੰ ਕੀ ਲੱਗਦਾ ਪੈਰਾਮੀਟਰਸ ਨਹੀਂ ਹੋਣੇ ਚਾਹੀਦੇ? ਨਹੀਂ ਹੋਣਗੇ ਵੀ ਨਹੀਂ ਤੇ ਆਣਗੇ ਵੀ ਨਹੀਂ ਕਿਉਂਕਿ ਜਿਹੜਾ ਡਿਮਾਂਡ ਹੈ ਡਿਮਾਂਡ ਪਬਲਿਕ ਦੀ ਹੈ। ਜਿਹੜੀ ਫੋਨ ਦੀ ਡਿਮਾਂਡ ਹੈ ਉਹ ਪਬਲਿਕ ਦੀ ਹੈ ਤੇ ਅਦਰਵਾਈਜ਼ ਇਹ ਯੂਟਿਲਿਟੀ ਹੈ। ਯੂਟਿਲਿਟੀ ਯੂਟਿਲਿਟੀ ਦੀ ਆੜ ਦੇ ਵਿੱਚ ਅਸੀਂ ਆਪਣੀ ਸਿਹਤ ਆਪਣੀ ਜਨਰੇਸ਼ਨ ਨਹੀਂ ਉਹ ਉਹੀ ਕਹਿ ਰਹੇ ਨੇ ਯੂਟਿਲਿਟੀ ਹੈ। ਯੂਟਿਲਿਟੀ ਨੂੰ ਪਬਲਿਕ ਹੀ ਘਟਾਏਗੀ। ਜਿਸ ਤਰ੍ਹਾਂ ਕਾਰ ਹੈ ਜੀ। ਹੁਣ ਕਾਰ ਤੁਸੀਂ ਜਿੰਨੀ ਕਾਰ ਤੋਂ ਬਿਨਾਂ ਤੁਹਾਡਾ ਚੱਲ ਨਹੀਂ ਰਿਹਾ ਪਰ ਜਿੰਨੀ ਕਾਰ ਲੈ ਰਹੇ ਹੋ ਤੁਸੀਂ ਰੋਡ ਨੂੰ ਚੌਕ ਕਰ ਰਹੇ ਹੋ। ਜਿੰਨਾ ਵਹੀਕਲ ਵਧਾ ਰਹੇ ਹੋ ਤੁਸੀਂ ਰੋਡ ਨੂੰ ਚੌਕ ਕਰ ਰਹੇ ਹੋ ਤੇ ਅਖੀਰ ਉਹ ਆਉਂਦਾ ਫਿਰ ਲੱਗਦਾ ਵੀ ਹੁਣ ਤੁਸੀਂ ਕੈਬ ਤੇ ਆ ਜਾਓ। ਕੈਬ ਤੇ ਆਉਣ ਤੋਂ ਬਾਅਦ ਤੁਸੀਂ ਕਹੋਗੇ ਵੀ ਭਾਈ ਘਰੋਂ ਹੋਮਵਰਕ ਕਰਨ ਲੱਗ ਜਾਓ। ਉਹਦੇ ਵਿੱਚ ਵੀ ਕਹੋਗੇ ਹੁਣ ਜਿੰਨਾ ਘੱਟ ਸਕਦਾ। ਇਹ ਸਾਈਕਲਿਕ ਹੈ। ਪਹਿਲਾਂ ਤੁਸੀਂ ਵਧਾਉਂਦੇ ਜਾਓਗੇ ਫਿਰ ਕਿਸ ਜਗ੍ਹਾ ਲੱਗੇਗਾ ਓਕੇ ਨਾ ਹੁਣ ਅਸੀਂ ਬਹੁਤ ਕਰ ਲਿਆ ਨੋ ਲੈਟਸ ਗੈਟ ਬੈਕ। ਇਹੀ ਇੱਧਰ ਹੁਣ ਉਧਰ ਵੀ ਇੱਦਾਂ ਹੀ ਪੋਲਿਊਸ਼ਨ ਵਧਾ ਰਹੇ ਹਾਂ ਅਸੀਂ। ਇਹ ਇਨਸਾਨੀ ਫਿਤਰਤ ਬਣ ਚੁੱਕੀ ਹੈ ਵੀ ਅਸੀਂ ਬਹੁਤ ਜਲਦੀ ਫਰਸਟ੍ਰੇਟ ਹੋ ਜਾਂਦੇ ਹਾਂ, ਮੂਵ ਔਨ ਹੋ ਜਾਂਦੇ ਹਾਂ, ਸ਼ਫਲ ਕਰਦੇ ਹਾਂ, ਥੱਕ ਜਾਾਂਗੇ, ਉਦੋਂ ਬਾਹਰ ਆਵਾਂਗੇ ਫਿਰ ਉਹਨੂੰ ਫਿਰ ਕੰਪਨੀ ਨੂੰ ਲੱਗੇਗਾ ਹੁਣ ਘਟ ਗਿਆ ਉਹ ਫਿਰ ਤੁਹਾਨੂੰ ਕੋਈ ਨਵਾਂ ਤਮਾਸ਼ਾ ਦੇਣਗੇ ਜੀ। ਉਹਦਾ ਮਾਡਲ ਬਦਲਣਗੇ ਤੁਹਾਨੂੰ ਫੋਨ ਦੇ ਕੁਝ ਹੋਰ ਲੱਭਣ ਲੱਗ ਜਾਊਗਾ ਜੀ। ਦੇ ਵਿਲ ਗਿਵ ਯੂ ਸਮ ਮੋਰ ਮਟੀਰੀਅਲ ਔਨ ਦਾ ਫੋਨ ਜੀ। ਜੈਨ ਸਾਹਿਬ ਜਿਸ ਤਰ੍ਹਾਂ ਅਸੀਂ ਗੱਲ ਕਰ ਰਹੇ ਸੀ ਕਿ ਜਿੱਦਾਂ ਹੀ ਤੁਸੀਂ ਘਰੋਂ ਬਾਹਰ ਨਿਕਲਦੇ ਹੋ ਇੱਕ ਫੀਮੇਲ ਘਰੋਂ ਨਿਕਲਦੀ ਹੈ, ਇੱਕ ਜੈਂਟਸ ਘਰੋਂ ਨਿਕਲਦੀ ਹੈ ਜਾਂ ਇੱਕ ਬੱਚਾ ਘਰੋਂ ਨਿਕਲਦਾ ਹੈ, ਘਰ ਤੋਂ ਨਿਕਲਦੇ ਸਾਰ ਹੀ ਹਰ ਇੱਕ ਬੰਦੇ ਦੀ ਆਪਣੀ ਇੱਕ ਦੁਨੀਆ ਫੋਨ ਦੀ ਦੁਨੀਆ ਸ਼ੁਰੂ ਹੋ ਜਾਂਦੀ ਹੈ। ਔਰ ਹਾਲ ਹੀ ਅਸੀਂ ਇਹ ਗੱਲ ਕਰ ਰਹੇ ਸੀ ਕਿ ਤੁਹਾਨੂੰ ਟਰੈਕ ਕੀਤਾ ਜਾ ਰਿਹਾ ਹੈ ਖਾਸ ਤਰ੍ਹਾਂ ਦੇ GPS ਵੱਲੋਂ ਔਰ ਇਹ ਆਪਣੇ ਆਪ ਦੇ ਵਿੱਚ ਇੱਕ ਟੈਕਨੋਲੋਜੀ ਫਾਰਮ ਕਰ ਦਿੰਦਾ ਹੈ। ਤਾਂ ਜੋ ਟੈਕਨੋਲੋਜੀ ਤੋਂ ਜਿਹੜੇ ਸਰਵਰਸ ਦੀ ਇੱਕ ਸਾਡੇ ਕੋਲ ਇੱਕ ਆਥੈਂਟਿਕ ਡੇਟਾ ਆ ਜਾਂਦਾ ਹੈ, ਵਾਟ ਦ ਪੀਪਲ ਆਰ ਵਾਚਿੰਗ, ਵਾਟ ਦ ਪੀਪਲ ਆਰ ਸਰਵਿੰਗ, ਉਹ ਕਿਸ ਤਰ੍ਹਾਂ ਦੇ ਹਾਲਾਤ ਦੇ ਵਿੱਚ ਉਹਨੇ ਕਿੱਦਾਂ ਰਿਐਕਟ ਕਰਨਾ ਹੈ। ਤਾਂ ਇਹਨਾਂ ਚੀਜ਼ਾਂ ਨੂੰ ਸਮਝ ਕੇ ਜਾਣ ਕੇ ਹੀ ਇਸ ਤਰ੍ਹਾਂ ਦੀਆਂ ਡਿਮਾਂਡਸ ਆਉਂਦੀਆਂ ਵੀ ਸਾਨੂੰ ਖਾਸ ਕਿਸਮ ਦੇ ਪ੍ਰੋਗਰਾਮ ਬਣਾਉਣੇ ਚਾਹੀਦੇ ਹੈ, ਸਾਨੂੰ ਖਾਸ ਕਿਸਮ ਦੇ ਸੀਰੀਅਲਸ, ਕਿਉਂਕਿ ਇਹ ਸੀਰੀਅਲਸ ਦੇਖੇ ਜਾ ਰਹੇ ਹੈ ਤੇ ਦੇਖੇ ਜਾਣਗੇ ਫॉर श्योर ਹੈ ਕਿਉਂਕਿ ਇੱਦਾਂ ਇਹਨਾਂ ਸਭ ਚੀਜ਼ਾਂ ਦੇ ਮੁਤਲਕ ਰਿਸਰਚ ਹੋ ਰਹੀ ਹੈ। ਇਹ ਤਾਂ ਲਗਭਗ ਤੁਸੀਂ ਇਹ ਕਹਿ ਸਕਦੇ ਹੋ ਵੀ ਕੋਈ 50-60 ਸਾਲ ਤੋਂ ਕੰਟੀਨਿਊ ਪ੍ਰੋਸੈਸ ਹੈ ਜੀ ਵੀ ਇੱਕ ਇੱਕ ਕਰਕੇ ਜਿਹੜੀ ਐਕਚੁਅਲੀ ਮਾਰਕੀਟਿੰਗ ਵਰਡ ਤੇ ਐਡਵਰਟਾਈਜ਼ਿੰਗ ਵਰਡ ਇਹ ਲਗਭਗ ਇੱਕੋ ਟਾਈਮ ਦੇ ਇਕੱਠੇ ਆਏ ਹੋਏ ਦੋਨੇ ਸ਼ਬਦ ਹੈ ਜੀ ਤੇ ਇੱਕੋ ਹੀ ਉਹਦੇ ਚੋਂ ਉਹਦੇ ਸਿਸਟਮ ਚੋਂ ਨਿਕਲੇ ਹੋਏ ਆ ਤੇ ਇਹਨਾਂ ਦਾ ਕੰਮ ਇਹੀ ਵਾ ਕਿ ਇੱਥੇ ਇਸੇ ਦਾ ਸੀ ਹਾਊ ਟੂ ਚੇਂਜ ਦਾ ਬਿਹੇਵੀਅਰ ਆਫ ਦਾ ਯੂਜ਼ਰ। ਤੇ ਮਾਰਕੀਟਿੰਗ ਤੇ ਐਡਵਰਟਾਈਜ਼ਮੈਂਟ ਨੇ ਫੰਡਾਮੈਂਟਲੀ ਇਹੀ ਕਰਨਾ ਹੈ ਟੂ ਅੰਡਰਸਟੈਂਡ ਦਾ ਬਿਹੇਵੀਅਰ ਐਂਡ ਦੈਨ ਟੂ ਚੇਂਜ ਇਟ।
ਤੇ ਹੁਣ ਕੀ ਪਹਿਲਾਂ ਕੀ ਸੀ ਵੀ ਕੁਝ ਬੰਦੇ ਸਿਰਫ ਬਾਜ਼ਾਰ ਜਾਂਦੇ ਸੀ, ਸਟੱਡੀ ਕਰਦੇ ਸੀ। ਹੁਣ ਉਹ ਚੀਜ਼ ਉਸ ਤੋਂ ਬਹੁਤ ਵੱਡੀ ਹੋ ਗਈ ਹੈ ਜੀ। ਹੁਣ ਇੰਨੀ ਵੱਡੀ ਹੋ ਗਈ ਹੈ ਵੀ ਤੁਹਾਡੀ ਹਰ ਐਕਟੀਵਿਟੀ ਜਿਹੜੀ ਹੈਗੀ ਹੈ ਉਹ ਕਿਸੇ ਨਾ ਕਿਸੇ ਸਰਵਰ ਤੇ ਜਾ ਰਹੀ ਹੈ। ਤੇ ਉਹ ਇੰਨੇ ਵੱਡੇ ਲਾਰਜ ਨੈਟਵਰਕ ਡਾਟਾਬੇਸਿਸ ਬਣ ਗਏ ਹੈ ਵੀ ਜਿਨ੍ਹਾਂ ਨੂੰ ਇਹ ਐਗਜ਼ੈਕਟਲੀ ਪਤਾ ਹੈ ਵੀ ਅੱਜ ਤੁਸੀਂ ਕੀ ਕਰ ਰਹੇ ਹੋ, ਤੁਹਾਡੇ ਵਰਗੇ ਕਿੰਨੇ ਬੰਦੇ ਆ, ਉਸ ਤੋਂ ਵੀ ਜਾਵੇ ਤੁਹਾਡੇ ਵਰਗੇ ਕਿੰਨੇ ਬੰਦੇ ਆ, ਤੁਹਾਡੇ ਵਰਗੇ ਸਪੈਸ਼ਲ ਟੇਸਟ ਦੇ ਕਿੰਨੇ ਆ। ਹੁਣ ਮੈਂ ਇੱਕ ਪਾਰਟੀਕੂਲਰ ਸ਼ਾਮ ਨੂੰ ਸਾਈਟ ਦੇਖਦਾ ਨਿਊਜ਼ ਵਾਸਤੇ ਜੀ, ਮੈਂ ਉਹਦਾ ਪਹਿਲਾ ਵਰਡ ਗੂਗਲ ਤੇ ਪਾਣਾ, ਬਾਕੀ ਤਾਂ ਉਹਨੇ ਆਪੇ ਖੋਲ ਦਿੰਦਾ। ਉਹਨੂੰ ਪਤਾ ਵੀ ਇੰਨੇ ਵਜੇ ਰੋਜ਼ ਇਹੀ ਦੇਖਦਾ ਹੈ। ਇਸੇ ਤਰ੍ਹਾਂ ਜੇਕਰ ਤੁਸੀਂ ਕੱਪੜੇ ਚੂਜ਼ ਕਰ ਰਹੇ ਹੋ ਤਾਂ ਤੁਹਾਡੀ ਕਿਸੇ ਖਾਸ ਟੇਸਟ ਦੀ ਡਰੈਸ ਮੈਨੂੰ ਜਿੰਨੀ ਉਹਦੀ ਐਡ ਆਉਂਦੀ ਹੈ ਮੈਨੂੰ ਜਿਹੜੀ ਮੈਂ ਦੇਖਦਾ ਉਹੀ ਆਉਂਦੀ ਉਸ ਦੇ ਰਿਗਾਰਡਿੰਗ ਆਉਂਦੀ ਜੀ। ਹੁਣ ਜਿਹੜੇ ਮੈਂ ਕਿ ਆਹ WhatsApp ਜਿਹੜੇ ਮੈਂ ਦੇਖਦਾ ਨਹੀਂ, ਮੈਨੂੰ ਕਦੇ ਆਉਂਦੇ ਹੀ ਨਹੀਂ ਹੈਗੇ, ਮੇਰੇ ਸਰਕਲ 'ਚ ਨਹੀਂ ਆਉਂਦੇ ਕਦੇ। ਮੈਨੂੰ ਸਿਰਫ ਤੇ ਸਿਰਫ ਉਹੀ ਆਉਂਦੇ ਆ ਜਿਹੜੀ ਮੇਰੀ ਮੈਂਟਲ ਡਿਸਪੋਜੀਸ਼ਨ ਹੈ, ਉਹ ਤੁਹਾਨੂੰ ਬੜੇ ਜਲਦੀ ਕੇਟਰ ਕਰਦੇ ਕਰ ਰਹੇ ਆ ਮੈਨੂੰ। ਮੇਰੇ ਬਿਲਕੁਲ ਜੋ ਮੇਰਾ ਪ੍ਰੋਫਾਈਲ ਜਿਹੜਾ ਹੈਗਾ ਉਹ ਦੁਨੀਆ ਦੇ ਹਰ ਸਿਸਟਮ ਤੇ ਹੈਗਾ। ਜਿਹੜੇ ਸਿਸਟਮ ਵੀ ਆਪਰੇਟ ਕਰ ਰਹੇ, ਨੈਟਵਰਕ ਆਪਰੇਟ ਕਰ ਰਹੇ ਆ, ਸਾਰਿਆਂ ਕੋਲ ਮੇਰਾ ਉਸ ਕਿਸਮ ਦਾ ਪ੍ਰੋਫਾਈਲ ਹੈ ਵੀ ਭਾਈ ਇਹ ਬੰਦੇ ਦੀ ਇਹੀ ਜਿਹੀ ਸੋਚ ਹੈ, ਇਹੋ ਜਿਹਾ ਖਾਂਦਾ ਹੈ, ਇਹੋ ਜਿਹਾ ਰਹਿੰਦਾ, ਇਹੋ ਜਿਹੇ ਪੈਸੇ ਖਰਚਦਾ, ਇਹਨੇ ਆਹ ਲੈਣਾ ਨਹੀਂ ਲੈਣਾ, ਇਹ ਪੜ੍ਹਨਾ ਨਹੀਂ ਪੜ੍ਹਨਾ, ਐਦਾਂ ਸੋਚਦਾ। ਉਹਨਾਂ ਨੇ ਮੈਨੂੰ ਉਹੀ ਦੇਣਾ ਬਸ। ਜੀ, ਸਮਾਂ ਹੁਣ ਖਤਮ ਹੋਣ ਦੇ ਕਿਨਾਰੇ ਹੈ ਤੇ ਤੁਹਾਨੂੰ ਨਹੀਂ ਲੱਗਦਾ ਕਿ ਇਹਨਾਂ ਸਾਰੀਆਂ ਚੀਜ਼ਾਂ ਤੋਂ ਕਿ ਹੁਣ ਸਾਨੂੰ ਆਟੋਬਾਇਓਗ੍ਰਾਫੀਜ਼ ਲਿਖਣ ਦੀ ਜ਼ਰੂਰਤ ਨਹੀਂ ਪਏਗੀ? ਨਹੀਂ, ਇਹਦੇ ਜਾਂ ਬਾਇਓਗ੍ਰਾਫੀਜ਼ ਦੀ ਜ਼ਰੂਰਤ ਨਹੀਂ ਪਏਗੀ? ਜਿਹੜਾ ਉਹਦੀ ਗੱਲ ਕਰ ਰਿਹਾ, ਇਹ ਕੀ ਹੈਗਾ, ਹੌਲੀ ਹੌਲੀ ਅਸੀਂ ਇਹਨੂੰ ਛੱਡਾਂਗੇ। ਉਹਦੇ 'ਚੋਂ ਜਿਵੇਂ ਫੋਨ ਛੱਡ ਦਾਂਗੇ, ਅਸੀਂ ਨੈੱਟ ਛੱਡ ਦਾਂਗੇ। ਐਂਡ ਅਸੀਂ ਕੀ ਕਰਾਂਗੇ ਵੀ ਭਾਈ ਅਸੀਂ ਪਹਿਲਾਂ ਛੁੱਟੀ ਲੈਂਦੇ ਸੀ ਨਾ ਕੰਮ ਤੋਂ ਜੀ, ਵੀ ਕਿਤੇ ਘੁੰਮਣ ਚੱਲਾਂਗੇ, ਵੀ ਘਰੋਂ ਚੱਲਾਂਗੇ। ਹੁਣ ਅਸੀਂ ਬੜੀ ਛੇਤੀ ਛੁੱਟੀ ਲਵਾਂਗੇ, ਕਿਹਾ ਕਰਾਂਗੇ 15 ਦਿਨ ਮੈਂ ਫੋਨ ਤੋਂ ਛੁੱਟੀ ਲੈ ਰਿਹਾ। ਯੈਸ, ਜਿਸ ਤਰ੍ਹਾਂ ਲੋਕੀ ਆਮ ਫੈਡ ਅਪ ਹੋ ਕੇ ਆਪਣਾ ਫੇਸਬੁੱਕ ਅਕਾਊਂਟ ਬੰਦ ਕਰ ਦਿੰਦੇ ਅੱਛਾ, ਉਹ ਕਹਿੰਦੇ ਜੀ ਭਾਈ 15 ਦਿਨ ਨੈਟ ਤੋਂ ਛੁੱਟੀ ਲਊਂਗਾ। ਦਿਸ ਦੇ ਪੀਪਲ ਵੀ ਡੂਇੰਗ ਵੈਰੀ ਸੂਨ, ਦੇ ਵਿਲ ਬੀ ਟੇਕਿੰਗ ਹੌਲੀਡੇ ਜੀ, ਸੈਬੈਟਿਕਲ ਫਰੋਮ phones, from this, we will not be attending the phone, just to clean up their systems, clean up their minds. ਜਦੋਂ ਇਦਾਂ ਦਾ ਹੋਏਗਾ ਤਾਂ more and more people will go out of it ਜੀ। and this is ਮਤਲਬ ਜਿਹੜਾ human mind ਹੈ ਨਾ, it's very clever, it's really very clever। ਇਹ ਜਿੰਨਾ ਆਪਣੇ ਲਈ ਖੱਡੇ ਪੱਟਦਾ ਨਾ, ਉਨੀ ਆਪਣੇ ਲਈ ਪੁਲ ਵੀ ਬਣਾਉਂਦਾ। क्या खूबसूरत गल कही है। ਉਹਨੇ ਪੁਲ ਬਣਾਉਂਦਾ ਹੈ, ਖੱਡੇ ਤੋਂ ਨਿਕਲ ਜਾਂਦਾ ਹੈ, ਕਿਉਂਕਿ ਨਾਲ ਦੀ ਨਾਲ ਪੁਲ ਸਿਰ ਰਿਹਾ ਹੁੰਦਾ ਜੀ। ਇਸ ਕਰਕੇ ਡੋਂਟ ਬੀ ਅਫਰੇਡ ਜੀ। ਬਹੁਤ ਬਹੁਤ ਸ਼ੁਕਰੀਆ, ਤੁਸੀਂ ਭਰਪੂਰ ਜਾਣਕਾਰੀ ਦੇ ਨਾਲ ਸਾਨੂੰ ਸਾਡਾ ਰਾਬਤਾ ਕਰਵਾਇਆ। ਬਹੁਤ ਬਹੁਤ ਧੰਨਵਾਦ। ਥੈਂਕ ਯੂ ਵੈਰੀ ਮਚ ਜੀ। ਦੋਸਤੋ, ਸਾਡੇ ਪਰਿਆਵਰਣ ਉਤੇ ਇਸ ਵਕਤ ਇੱਕ ਖਾਸ ਕਿਸਮ ਦਾ ਖਤਰਾ ਮੰਡਰਾ ਰਿਹਾ ਹੈ, ਜੋ ਰੇਡੀਏਸ਼ਨਸ ਦਾ ਕਹਿ ਲਈਏ ਜਾਂ 4G 5G 6G ਜੋ ਜਨਰੇਸ਼ਨਸ ਸਾਨੂੰ ਦੱਸੀਆਂ ਜਾ ਰਹੀਆਂ ਨੇ ਕਿ ਇਹਨਾਂ ਨਾਲ ਹੁਣ ਸਾਡਾ ਰਾਬਤਾ ਹੋਣ ਵਾਲਾ, ਅਸੀਂ 2-4 ਹੋਣ ਵਾਲੇ ਹਾਂ, ਅਤੇ ਇਹਨਾਂ ਨੂੰ ਯੂਜ਼ ਕਰਕੇ ਕਿਸ ਤਰ੍ਹਾਂ ਦੇ ਡੇਂਜਰਸ ਜਿਹੜੇ ਨੇ ਉਹ ਅਸੀਂ ਆਪਣੇ ਵਾਸਤੇ ਜਾਂ ਇੱਕ ਪੂਰੀ ਮੈਨਕਾਇੰਡ ਵਾਸਤੇ ਪੈਦਾ ਕਰਾਂਗੇ। ਉਹ तमाम ਚੀਜ਼ਾਂ ਅਸੀਂ ਜਾਣੀਆਂ ਮਿਸਟਰ ਹਰੀਸ਼ ਜੈਨ ਕੋਲੋਂ। ਬੜੀ ਤਫਸੀਲ ਦੇ ਨਾਲ ਇਹਨਾਂ ਨੇ ਸਾਨੂੰ ਹਰੇਕ ਪੱਖ ਤੋਂ ਜਾਣੂ ਕਰਵਾਇਆ। ਸੋ ਉਮੀਦ ਕਰਦੇ ਹਾਂ ਕਿ ਅੱਜ ਦਾ ਇਹ ਪ੍ਰੋਗਰਾਮ ਤੁਸੀਂ ਪਸੰਦ ਕੀਤਾ ਹੋਣਾ ਹੈ। ਅੱਜ ਦੇ ਪ੍ਰੋਗਰਾਮ ਅਨਮਿਊਟ ਵੰਡਰਸ ਵਿੱਚ ਫਿਲਹਾਲ ਇੰਨਾ ਹੀ। ਅਗਲੀ ਵਾਰ ਫਿਰ ਤੋਂ ਤੁਹਾਡਾ ਰਾਬਤਾ ਕਾਇਮ ਕਰਾਵਾਂਗੇ ਕਿਸੇ ਖੁਸ਼ਬੂਦਾਰ ਤਬੀਅਤ ਦੇ ਮਾਲਕ ਸ਼ਖਸ ਦੇ ਨਾਲ, ਔਰ ਨਾਲੋਂ ਨਾਲ ਕਿਸੇ ਖਾਸ ਟੌਪਿਕ ਉੱਤੇ ਕਰਾਂਗੇ ਰਾਬਤਾ ਕਾਇਮ। ਤਦ ਤੱਕ ਲਈ ਤੁਸੀਂ ਦੇਖਦੇ ਰਹੋ ਦਾ ਅਨਮਿਊਟ। ਬਹੁਤ ਬਹੁਤ ਸ਼ੁਕਰੀਆ, ਧੰਨਵਾਦ।